ਹੈਲੋ ਫਰੈਂਡਸ, ਮੇਰੇ YouTube ਚੈਨਲ ਲੈਟਸ ਡੂ ਇਟ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਚੰਦਰਪਾਲ। ਇਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਲਾਈਵ ਹੋ ਕੇ ਜਿਹੜੀ ETT ਦਾ ਕਾਉਂਸਲਿੰਗ ਦਾ ਸ਼ਡਿਊਲ ਹੈ ਉਹ ਦੱਸ ਚੁੱਕਿਆ ਹਾਂ। ਫਿਰ ਵੀ ਬਾਰ-ਬਾਰ ਕਮੈਂਟ ਆਉਣ ਤੋਂ ਬਾਅਦ ਜਿਹੜੀ ਪ੍ਰੋਪਰ ਵੇ ਨਾਲ ਜਾਣਕਾਰੀ ਹੈ ਉਹ PDF ਦੇ ਰਾਹੀਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ। ਇਸ ਵੀਡੀਓ ਦੇ ਵਿੱਚ ਪੂਰਾ ਡਿਸਕਸ ਕਰਾਂਗਾ। ਜਿਹੜਾ ਇਹ ਨੋਟਿਸ ਹੈ ਤੁਸੀਂ ਸਾਰਿਆਂ ਨੇ ਪੜ੍ਹ ਲਿਆ ਹੋਣਾ ਹੈ। ਫਿਰ ਵੀ ਜਿੱਥੋਂ ਤੱਕ ਮੇਰੀ ਨੌਲੇਜ ਹੈ ਤੇ ਤੁਹਾਡੇ ਜਿਹੜੇ ਡਾਊਟਸ ਹੈ ਉਹ ਕਲੀਅਰ ਕਰਨ ਦੇ ਲਈ ਮੈਂ ਇਹ ਵੀਡੀਓ ਦੁਬਾਰਾ ਬਣਾ ਰਿਹਾ। ਠੀਕ ਹੈ ਜੀ। ਇਹ ਡਾਇਰੈਕਟਰ ਸਿੱਖਿਆ ਭਰਤੀ ਜੀ ਜਿਹੜੀ ਭਰਤੀ ਚੱਲ ਰਹੀ ਹੈ ਆਪਣੀ ETT ਦੀ ਟੀਚਰਸ ਦੀ 2364 ਅਸਾਮੀਆਂ ਦੀ ਭਰਤੀ ਹੈ। ਉਸ ਦਾ ਜਿਹੜਾ ਪੇਪਰ ਹੋਇਆ 29/11/2020 ਨੂੰ, ਉਸ ਦਾ ਰਿਜ਼ਲਟ ਸਭ ਕੁਝ ਡਿਕਲੇਅਰ ਕਰ ਦਿੱਤਾ ਗਿਆ ਹੈ। ਉਸ ਦੀ ਕਾਉਂਸਲਿੰਗ ਦਾ ਸ਼ਡਿਊਲ ਵੀ ਦੱਸ ਦਿੱਤਾ ਗਿਆ ਹੈ। ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਹੈ ਕਿ ਉਸ ਦੀ ਹੁਣ ਕਾਉਂਸਲਿੰਗ ਸਟਾਰਟ ਹੋ ਚੁੱਕੀ ਹੈ। ਜਿਹੜੀ ਸਕੂਟਨੀ ਹੋਣੀ ਹੈ ਉਹ ਦਾ ਜਿਹੜੇ ਉਮੀਦਵਾਰ ਹੈ ਉਹਨਾਂ ਦੇ ਜਿਹੜੇ ਦਸਤਾਵੇਜ਼ ਚੈੱਕ ਹੋਣੇ ਹੈ ਉਹ ਪ੍ਰੋਸੈਸ ਸਟਾਰਟ ਹੋ ਗਿਆ ਹੈ। ਇਸ ਦੀ ਮੈਰਿਟ ਸੂਚੀ ਜਿਹੜੀ ਹੈ ਕੈਟਾਗਰੀ ਵਾਈਜ਼ ਉਹ ਅਪਲੋਡ ਕਰ ਦਿੱਤੀ ਗਈ ਹੈ। ਉਹ ਇਸ ਗਰੁੱਪ ਦੇ ਵਿੱਚ ਹੀ ਤੁਹਾਨੂੰ ਮਿਲ ਜਾਏਗੀ। ਜਿਹੜਾ ਟੈਲੀਗ੍ਰਾਮ ਗਰੁੱਪ ਆਪਣਾ ਬਣਿਆ ਹੋਇਆ ਹੈ ਉੱਥੇ ਜਾ ਕੇ ਤੁਸੀਂ, ਮੈਂ ਸਾਰੀ ਸੈਂਡ ਕੀਤੀ ਹੋਈ ਹੈ, ਉਹ ਤੁਸੀਂ ਜਾ ਕੇ ਚੈੱਕ ਆਊਟ ਕਰ ਲੈਣਾ। ਠੀਕ ਹੈ ਜੀ। ਜੋ ਵੀ ਤੁਹਾਡੀ ਡੇਟ ਆਉਂਦੀ ਹੈ, ਤੁਸੀਂ ਜਨਰਲ ਕੈਟਾਗਰੀ ਦੇ ਵਿੱਚ ਹੋ, OBC, EWS, ਸਾਰਿਆਂ ਦਾ ਉਹਨਾਂ ਨੇ ਸ਼ਡਿਊਲ ਦੱਸਿਆ ਹੋਇਆ। ਤੁਸੀਂ ਇਹ ਦਫ਼ਤਰ ਹੈ ਜੀ, ਦਫ਼ਤਰ ਕਿੱਥੇ ਹੈ? ਡਾਇਰੈਕਟਰ ਸਿੱਖਿਆ ਭਰਤੀ, ਡਾਇਰੈਕਟਰ ਪੰਜਾਬ, ਮਾਈਕਰੋਸਾਫਟ ਬਿਲਡਿੰਗ ਫੇਜ਼ 3B1, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ 16/12/2020 ਤੋਂ ਸ਼ਡਿਊਲ ਜੋ ਦਿੱਤਾ ਗਿਆ ਹੈ 9:30 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੇ ਜਿਹੜਾ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ। ਅਤੇ ਕਿਸ ਤਰੀਕੇ ਦੇ ਨਾਲ ਤੁਸੀਂ ਕੀ ਡਾਕੂਮੈਂਟ ਲੈ ਕੇ ਜਾਣਾ ਹੈ ਇਹ ਸਾਰਾ ਇਸ ਦੇ ਵਿੱਚ ਉਹਨਾਂ ਨੇ ਦੱਸਿਆ ਹੋਇਆ। ਠੀਕ ਹੈ। ਇਸ ਦੇ ਵਿੱਚ ਇੱਕ ਇੰਪੋਰਟੈਂਟ ਗੱਲ ਹੈ ਵੀ, ਉਹ ਵੀ ਤੁਹਾਡੇ ਨਾਲ ਮੈਂ ਡਿਸਕਸ ਕਰਾਂਗਾ। ਠੀਕ ਹੈ। ਤੁਸੀਂ ਡਾਕੂਮੈਂਟ ਵੈਰੀਫਿਕੇਸ਼ਨ ਸਮੇਂ ਕੀ ਕੁਝ ਲੈ ਕੇ ਜਾਣਾ ਹੈ ਜੀ? ਜਿਹੜੀ ਤੁਹਾਡੀ ਸਕੂਟਨੀ ਹੋਣੀ ਹੈ ਉਸ ਟਾਈਮ ਤੁਸੀਂ ਆਪਣੇ ਲੌਗਇਨ ID ਤੋਂ ਪਹਿਲਾਂ ਹੀ ਸਰਟੀਫਿਕੇਟ ਅਪਲੋਡ ਕਰਨੇ ਹੈ। ਤੁਸੀਂ ਕਰ ਚੁੱਕੇ ਹੋਗੇ ਜਾਂ ਤੁਹਾਡਾ ਹੁਣ, ਜੇਕਰ ਤੁਸੀਂ ਨਹੀਂ ਕੀਤੇ ਤਾਂ ਹੁਣ ਜਾ ਕੇ ਵੀ ਤੁਸੀਂ ਕਰ ਸਕਦੇ ਹੋ। ਇਹ ਮੋਸਟ ਇੰਪੋਰਟੈਂਟ ਹੈ ਜੀ। ਹਾਲੇ ਤੱਕ ਪ੍ਰੋਸੈਸ ਬੰਦ ਨਹੀਂ ਹੋਇਆ। ਤੁਸੀਂ ਜਾ ਕੇ ਆਪਣੇ ਸਾਰੇ ਡਾਕੂਮੈਂਟ ਹੈ ID ਲੌਗਇਨ ਕਰਕੇ ਤੁਸੀਂ ਅਪਲੋਡ ਕਰ ਸਕਦੇ ਹੋ। ਇਸ ਦਾ ਵੀਡੀਓ ਜਲਦ ਹੀ ਸਵੇਰੇ ਤੱਕ ਤੁਹਾਨੂੰ ਮਿਲ ਜਾਏਗਾ। ਠੀਕ ਹੈ। ਇਸ ਦੇ ਵਿੱਚ ਤੁਹਾਡੀ 10ਵੀਂ ਦੀ ਜਿਹੜੀ DMC ਹੈ ਉਹ ਤੁਸੀਂ ਲੈ ਕੇ ਜਾਣੀ ਹੈ। ਠੀਕ ਹੈ। 12ਵੀਂ ਦਾ ਤੁਹਾਡਾ ਸਰਟੀਫਿਕੇਟ, ਇਹ ਸਾਰੇ ਅਪਲੋਡ ਵੀ ਕਰਨੇ ਆ ਤੁਸੀਂ। ਠੀਕ ਹੈ। ETT ਪਾਸ ਦਾ ਤੁਸੀਂ ਆਪਣਾ ਸਰਟੀਫਿਕੇਟ, ਗ੍ਰੈਜੂਏਸ਼ਨ ਦੀ ਜੇਕਰ ਤੁਹਾਡੇ ਕੋਲ ਕੀਤੀ ਹੋਈ ਹੈ ਪਾਸ ਦਾ ਸਬੂਤ ਹੈ ਤਾਂ DMC ਉਹ ਵੀ ਤੁਸੀਂ ਲੈ ਕੇ ਜਾਣੀ ਹੈ। ਕੈਟਾਗਰੀ ਦਾ ਜਿਹੜਾ ਤੁਹਾਡਾ ਸਬੂਤ ਹੈ ਉਹ ਲੈ ਕੇ ਜਾਣਾ ਹੈ। ਚਾਹੇ ਤੁਸੀਂ EWS ਤੋਂ ਹੋ, ਚਾਹੇ OBC ਹੋ, BC ਅਤੇ SC, ਜੋ ਵੀ ਤੁਹਾਡੀ ਕੈਟਾਗਰੀ ਹੈ, ਸਪੋਰਟਸ ਦੇ ਰਿਗਾਰਡਿੰਗ ਜੋ ਵੀ ਤੁਸੀਂ ਕੈਟਾਗਰੀ ਦਾ ਜੋ ਵੀ ਤੁਹਾਡਾ ਸਰਟੀਫਿਕੇਟ ਹੈ ਉਹ ਲੈ ਕੇ ਜਾਣਾ ਹੈ। ਡੈਮੋ ਸੇਲ ਜਿਹੜਾ ਪੰਜਾਬ ਦਾ ਹੁੰਦਾ ਹੈ ਜੀ, ਉਹ ਤੁਸੀਂ ਜੇਕਰ ਹੋ ਵਸਨੀਕ ਹੋ ਤਾਂ ਤੁਸੀਂ ਰੈਜ਼ੀਡੈਂਸ ਦਾ ਸਬੂਤ ਲੈ ਕੇ ਜਾਣਾ ਹੈ। ਤਜਰਬੇ ਦਾ ਜਿਹੜਾ ਸਰਟੀਫਿਕੇਟ ਹੈ ਉਹ ਤੁਸੀਂ ਬਣਾ ਕੇ ਜਿਹੜਾ ਪਰਫੋਰਮਾ ਦਿੱਤਾ ਹੋਇਆ ਉਸ ਹਿਸਾਬ ਨਾਲ ਤੁਸੀਂ ਜੋ ਵੀ ਜਿਸ ਤਰੀਕੇ ਦੇ ਵੀ ਵੋਲੰਟੀਅਰ ਹੋ, ਆਪਣਾ ਤਜਰਬੇ ਦਾ ਸਰਟੀਫਿਕੇਟ ਹੈ ਉਹ ਜ਼ਰੂਰ ਲੈ ਕੇ ਜਾਣਾ ਹੈ। ਅਤੇ ਜਦੋਂ ਤੁਹਾਡੀ ਵੈਰੀਫਿਕੇਸ਼ਨ ਹੁੰਦੀ ਹੈ ਉਸ ਟਾਈਮ ਤੁਸੀਂ ਵੀ ਇਸ ਨੂੰ ਪੈਸ ਕਰਨਾ ਹੈ। ਇਸ ਤੋਂ ਇਲਾਵਾ ਜਿਹੜਾ 8 ਨੰਬਰ ਪੁਆਇੰਟ ਹੈ, ਪਹਿਲਾਂ ਜਿਹੜਾ ਨੋਟਿਸ ਆਇਆ ਸੀ ਉਸ ਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਸੀ। ਇਹ ਮੋਸਟ ਇੰਪੋਰਟੈਂਟ ਹੈ। ਕੀ ਲਿਖਿਆ ਹੋਇਆ ਜੀ? ਗ੍ਰੈਜੂਏਸ਼ਨ ਤੋਂ ਬਾਅਦ ਪ੍ਰਾਪਤ ਕੀਤੀ ਕੋਈ ਵੀ ਪ੍ਰੋਫੈਸ਼ਨਲ ਡਿਗਰੀ, ਇਸ ਦਾ ਮਤਲਬ ਹੈ ਪ੍ਰੋਫੈਸ਼ਨਲ ਡਿਗਰੀ ਦੇ ਵਿੱਚ B.Ed। ਠੀਕ ਹੈ। ਇਸ ਦਾ ਮਤਲਬ ਹੈ B.Ed ਵਾਲਿਆਂ ਨੂੰ ਇਨਕਲੂਡ ਕੀਤਾ ਜਾਏਗਾ। ਇਹ ਮੋਸਟ ਇੰਪੋਰਟੈਂਟ ਹੈ ਜੀ। 8 ਨੰਬਰ ਪੁਆਇੰਟ, ਗ੍ਰੈਜੂਏਸ਼ਨ ਤੋਂ ਬਾਅਦ ਜੇਕਰ ਵੀ ਤੁਸੀਂ ਕੋਈ ਵੀ ਪ੍ਰੋਫੈਸ਼ਨਲ ਡਿਗਰੀ ਕੀਤੀ ਹੈ ਤਾਂ ਤੁਸੀਂ ਉਹ ਇਸ ਦੇ ਵਿੱਚ ਇਨਕਲੂਡ ਅਪਲੋਡ ਕਰ ਸਕਦੇ ਹੋ। ਠੀਕ ਹੈ। ਇਸ ਦਾ ਮਤਲਬ ਇਹ ਹੈ ਕਿ B.Ed ਵਾਲਿਆਂ ਦਾ ਜਿਹੜਾ ਹੈ ਹੁਣ ਇਸ ਭਰਤੀ ਦੇ ਵਿੱਚ ਸ਼ਾਮਲ ਹੋਣਾ ਲਗਭਗ ਮੰਨ ਕੇ ਚੱਲ ਸਕਦੇ ਹਾਂ ਕਿ ਕਨਫਰਮ ਹੋ ਚੁੱਕਿਆ ਹੈ ਅਤੇ ਉਹ ਇਸ ਦੇ ਵਿੱਚ ਸ਼ਾਮਿਲ ਹੋਣਗੇ। ਠੀਕ ਹੈ। 8 ਨੰਬਰ ਪੁਆਇੰਟ ਨੂੰ ਤੁਸੀਂ ਧਿਆਨ ਨਾਲ ਫੇਰ ਤੋਂ ਵੇਖ ਸਕਦੇ ਹੋ ਕਿ ਗ੍ਰੈਜੂਏਸ਼ਨ ਤੋਂ ਬਾਅਦ ਪ੍ਰਾਪਤ ਕੀਤੀ ਕੋਈ ਵੀ ਪ੍ਰੋਫੈਸ਼ਨਲ ਯੋਗਤਾ। ਠੀਕ ਹੈ। ਨੋਟ ਦੇ ਵਿੱਚ ਇਹ ਸਾਰਾ ਕੁਝ ਮੈਂ ਦੱਸ ਚੁੱਕਿਆ ਜੀ। ਤੁਸੀਂ ਆਪਣਾ ਜਿਹੜਾ ਤਜਰਬੇ ਦਾ ਸਰਟੀਫਿਕੇਟ ਹੈ ਉਹ ਬਣਵਾ ਕੇ ਲੈ ਕੇ ਜਾਣਾ ਹੈ ਜੀ। ਅਤੇ ਇਹ ਸਾਰੀ ਜਿਹੜੀ ਸੂਚੀ ਹੈ, ਸ਼ਡਿਊਲ ਹੈ, ਇਹ ਇਸ ਤਰੀਕੇ ਦੇ ਨਾਲ ਤੁਹਾਡਾ ਰਹੇਗਾ। ਠੀਕ ਹੈ ਜੀ। ਸਭ ਤੋਂ ਪਹਿਲਾਂ ਜਨਰਲ ਕੈਟਾਗਰੀ ਹੈ ਜੀ, ਉਹਨਾਂ ਨੂੰ ਬੁਲਾਇਆ ਗਿਆ ਹੈ। ਉਹਨਾਂ ਦਾ ਕੀ ਸ਼ਡਿਊਲ ਰਹੇਗਾ? 16/12/2020 ਤੋਂ ਜਨਰਲ ਕੈਟਾਗਰੀ ਦੇ ਜਿਹੜੇ ਹੈ ਉਹ 1 ਤੋਂ ਲੈ ਕੇ 500 ਤੱਕ, 9:30 ਵਜੇ ਤੋਂ ਜਿਹੜਾ 1 ਤੋਂ ਲੈ ਕੇ 250 ਤੱਕ ਜਿਹੜੇ ਕੈਂਡੀਡੇਟ ਹੋਣਗੇ, 250 ਤੱਕ ਹੋਣਗੇ, ਉਹਨਾਂ ਦਾ 9.5 ਮਾਰਨਿੰਗ ਸੈਸ਼ਨ ਦੇ ਵਿੱਚ ਉਹਨਾਂ ਦਾ ਹੋ ਜਾਏਗਾ। ਅਤੇ 51 ਤੋਂ ਲੈ ਕੇ 251 ਤੋਂ ਲੈ ਕੇ 500 ਤੱਕ 12:30 ਦੁਪਹਿਰ ਬਾਅਦ ਤੱਕ ਉਹਨਾਂ ਦਾ ਹੋ ਜਾਏਗਾ ਜੀ। ਇਹ ਜਨਰਲ ਕੈਟਾਗਰੀ ਦੀ ਹੈ। ਇਹਦੇ ਵਿੱਚ 17 ਤਾਰੀਖ ਨੂੰ, ਇਹ 17 ਦਾ ਹੈ ਜੀ ਪਰਫੋਰਮ ਜਿਹੜਾ ਦਿੱਤਾ ਹੋਇਆ ਕੋਲਮ। ਜਨਰਲ ਕੈਟਾਗਰੀ ਵਾਲਿਆਂ ਨੂੰ 17 ਤਾਰੀਖ ਨੂੰ ਫਿਰ 501 ਤੋਂ ਲੈ ਕੇ ਜਿਹੜੇ ਜੋ ਵੀ ਸਾਰੇ ਹੈ ਜੀ 829 ਤੱਕ ਸਾਰੇ ਬੁਲਾ ਲਏ ਗਏ ਹੈ।
ਇਹਨਾਂ ਦਾ ਹੋ ਜਾਏਗਾ। ਇਸ ਤੋਂ ਬਾਅਦ ਜਿਹੜੇ ਵਿਜ਼ੂਅਲ ਇੰਪਾਇਰਡ ਹੈ, ਹੀਅਰਿੰਗ ਇੰਪਾਇਰਡ ਹੈ, ਔਰਥੋ ਹੈ, ਸਾਰਿਆਂ ਨੂੰ ਇਹ ਬੁਲਾਇਆ ਗਿਆ ਜੀ। ਦੁਪਹਿਰ ਬਾਅਦ ਇਹਨਾਂ ਦਾ ਵੀ ਸੈਸ਼ਨ ਹੈ ਜਿਹੜਾ 17 ਨੂੰ ਸ਼ੁਰੂ ਹੋ ਜਾਏਗਾ। ਠੀਕ ਹੈ, ਇਹ ਸਾਰੀ ਗੱਲ ਤੁਸੀਂ ਧਿਆਨ ਰੱਖਣੀ ਹੈ। ਠੀਕ ਹੈ, ਇਸ ਤੋਂ ਬਾਅਦ ਜਿਹੜੇ ਫਰੀडम ਫਾਈਟਰਸ ਨੇ ਉਹਨਾਂ ਨੂੰ ਵੀ 17 ਨੂੰ ਬੁਲਾਇਆ ਗਿਆ। ਠੀਕ ਹੈ ਜੀ, 17 ਨੂੰ ਫਰੀडम ਫਾਈਟਰ ਨੂੰ ਬੁਲਾਇਆ ਗਿਆ 1 ਤੋਂ ਲੈ ਕੇ 6 ਤੱਕ 12:30 ਦੁਪਹਿਰ ਬਾਅਦ। ਠੀਕ ਹੈ ਜੀ, ਇਸ ਤੋਂ ਬਾਅਦ 18 ਤਾਰੀਖ ਨੂੰ ਜਿਹੜਾ EWS ਇਕਨੋਮਿਕਲ ਵੀਕਰ ਸੈਸ਼ਨ ਹੈ ਜੀ ਉਸ ਨੂੰ ਬੁਲਾਇਆ ਗਿਆ 18 ਤਾਰੀਖ ਨੂੰ 1 ਤੋਂ ਲੈ ਕੇ 213 ਸਾਰੇ ਕੈਂਡੀਡੇਟ ਹੈ ਜੀ 9:30 ਵਜੇ ਚੰਡੀਗੜ੍ਹ ਤੁਸੀਂ ਜਾਣਾ ਹੈ ਜੀ। ਟਾਈਮ ਨਾਲ ਤੁਸੀਂ ਨਿਕਲ ਜਾਣਾ ਹੈ। ਠੀਕ ਹੈ, ਤੁਹਾਡਾ ਪ੍ਰੋਸੈਸ ਹੈ ਉਹ ਸਟਾਰਟ ਹੋ ਜਾਏਗਾ। ਠੀਕ ਹੈ, ਇੱਕ ਦਿਨ ਪਹਿਲਾਂ ਪਹੁੰਚ ਜਾਓ ਜੀ। ਜਦੋਂ ਵੀ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੈ ਉਸ ਤੋਂ ਇੱਕ ਦਿਨ ਪਹਿਲਾਂ ਪਹੁੰਚ ਜਾਓ, ਕਿਉਂਕਿ ਹੁਣ ਜਿਹੜਾ ਸੀਜ਼ਨ ਚੱਲ ਰਿਹਾ ਹੈ, ਹੁਣ ਜਿਹੜਾ ਮੌਸਮ ਹੈ ਉਹਦੇ ਵਿੱਚ ਧੁੰਦ ਵਗੈਰਾ ਬੜੀ ਆਉਂਦੀ ਹੈ ਜੀ, ਤਾਂ ਤੁਸੀਂ ਫਰੀ ਆਫ ਮਾਈਂਡ ਇੱਕ ਦਿਨ ਪਹਿਲਾਂ ਪਹੁੰਚੋ ਜੀ। ਮੈਂ ਤਾਂ ਇਹ ਕਹਿੰਦਾ ਤੁਸੀਂ ਇੱਕ ਦਿਨ ਪਹਿਲਾਂ ਆਪਣੇ ਡਾਕੂਮੈਂਟਸ ਪੂਰੇ ਪ੍ਰੋਪਰ ਵੇ ਨਾਲ ਤਿਆਰ ਕਰਕੇ ਇੱਕ ਦਿਨ ਪਹਿਲਾਂ ਜਦੋਂ ਵੀ ਤੁਹਾਡਾ ਹੈ ਉਸ ਤੋਂ ਇੱਕ ਦਿਨ ਪਹਿਲਾਂ ਤੁਸੀਂ ਚੰਡੀਗੜ੍ਹ ਪਹੁੰਚ ਜਾਓ। ਠੀਕ ਹੈ, ਤਾਂ ਇਸ ਤੋਂ ਬਾਅਦ ਸਾਬਕਾ ਫੌਜੀ, ਜਨਰਲ ਵਗੈਰਾ ਸਾਰੇ ਜਿਹੜੇ ਹੈ ਉਹਨਾਂ ਨੂੰ 18 ਤਾਰੀਖ ਨੂੰ ਬੁਲਾਇਆ ਗਿਆ। ਠੀਕ ਹੈ, ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਆਰ ਤੇ ਓ ਨੂੰ 21/12 ਨੂੰ ਬੁਲਾਇਆ ਗਿਆ, ਅਤੇ ਅਨੁਸੂਚਿਤ ਜਾਤੀ ਆਰ ਤੇ ਓ ਜਿਹੜੇ ਹੈਗੇ ਇਸ ਨੂੰ ਜਿਹੜੇ ਬਚ ਜਾਂਦੇ ਹੈ ਉਹਨਾਂ ਨੂੰ 22 ਤਾਰੀਖ ਨੂੰ, ਅਨੁਸੂਚਿਤ ਜਾਤੀ ਐਮ ਤੇ ਬੀ ਨੂੰ ਫਿਰ 22 ਤਾਰੀਖ ਨੂੰ ਬੁਲਾਇਆ ਗਿਆ ਜੀ ਦੋਨਾਂ ਨੂੰ। ਠੀਕ ਹੈ, ਇਹ ਤੁਸੀਂ ਸਾਰਾ ਕੁਝ ਦੇਖ ਲੈਣਾ ਜੀ। ਇਸ ਤੋਂ ਇਲਾਵਾ ਪਛੜੀ ਸ਼੍ਰੇਣੀ ਹੈ ਉਸ ਨੂੰ ਸਭ ਤੋਂ ਲਾਸਟ ਦੇ ਵਿੱਚ ਬੁਲਾਇਆ ਗਿਆ ਹੈ। ਠੀਕ ਹੈ, ਉਹ 23/12 ਨੂੰ ਬੁਲਾਇਆ ਗਿਆ ਹੈ ਜੀ। 213 ਤੱਕ ਕੈਂਡੀਡੇਟ ਜੋ ਹੈ ਜੀ ਸਾਰਿਆਂ ਨੂੰ ਬੁਲਾਇਆ ਗਿਆ 12:30 ਬਾਅਦ ਦੁਪਹਿਰ ਤੱਕ, ਅਤੇ 24/12/2020 ਬਾਕੀ ਕੋਈ ਬਚ ਗਏ ਜੀ ਜੋ ਵੀ ਅਲੱਗ-ਅਲੱਗ ਕੈਟਾਗਰੀ ਹੋਰ ਜੋ ਕੋਈ ਰਹਿ ਗਈ ਕੈਟਾਗਰੀ। ਠੀਕ ਹੈ ਜੀ, ਉਹਨਾਂ ਨੇ ਅਪਲੋਡ ਕੀਤੀ ਹੈ। ਇਸ ਤੋਂ ਇਲਾਵਾ ਜੋ ਕਿ ਕਿਉਂਕਿ ਇਹ ਕਮੈਂਟ ਆਇਆ ਸੀ 24/12/2020 ਦੇ ਵਿੱਚ ਜਿਹੜੇ ਬਾਕੀ ਹੋਰ ਦਾ ਮਤਲਬ ਕੀ ਹੈ, ਬਾਕੀ ਹੋਰ ਦਾ ਮਤਲਬ ਜੋ ਉੱਪਰ ਕੈਟਾਗਰੀ ਦੱਸੀ ਹੋਈ ਹੈ। ਇਸ ਤੋਂ ਇਲਾਵਾ ਜੋ ਵੀ ਕੈਟਾਗਰੀ ਰਹਿ ਗਈ ਹੈ ਉਹ ਜਿਹੜੀ ਕੈਟਾਗਰੀ ਹੈ ਉਹ 24/12 ਨੂੰ ਆਏਗੀ। ਠੀਕ ਹੈ, ਕੋਈ ਕੈਟਾਗਰੀ ਰਹਿ ਜਾਂਦੀ ਹੈ ਕਿਉਂਕਿ ਡਿਫਰੈਂਟ ਟਾਈਪ ਦੀ ਕੈਟਾਗਰੀਜ਼ ਹੈ ਜੀ। ਜੇਕਰ ਕੋਈ ਰਹਿ ਜਾਂਦੀ ਹੈ ਤਾਂ ਉਹ ਜਿਹੜੀ ਕੈਟਾਗਰੀ ਹੈ ਉਹ 24/12/2020 ਨੂੰ ਆਏਗੀ। ਜਿਹੜੀ ਉੱਤੇ ਦਿੱਤੀ ਹੋਈ ਸਾਰੀ ਹੈ ਇਸ ਦੇ ਵਿੱਚੋਂ ਜੇਕਰ ਕੋਈ ਰਹਿ ਜਾਂਦਾ ਹੈ ਉਹ 24/12 ਨੂੰ ਜਾਏਗਾ। 16/12 ਤੋਂ ਤੁਹਾਡੀ ਕਾਉਂਸਲਿੰਗ ਸਟਾਰਟ ਹੈ ਅਤੇ 24/12 ਤੱਕ ਤੁਸੀਂ ਆਪਣੇ ਡਾਕੂਮੈਂਟ ਵੈਰੀਫਿਕੇਸ਼ਨ ਕਰਵਾ ਲੈਣੀ ਹੈ। ਪੂਰੇ ਕੋਵਿਡ-19 ਦੀ ਤੁਸੀਂ ਪਾਲਣਾ ਕਰਨੀ ਹੈ ਜੀ। ਇਸ ਤੋਂ ਇਲਾਵਾ ਜਿਹੜੀ ਲਿਸਟ ਹੈ ਜੀ ਉਹ ਮੈਂ ਟੈਲੀਗ੍ਰਾਮ ਗਰੁੱਪ ਉੱਤੇ ਪਾ ਦਿੱਤੀ ਹੈ, ਉਹ ਤੁਸੀਂ ਜਾ ਕੇ ਜ਼ਰੂਰ ਵੇਖ ਲੈਣੀ ਹੈ। ਠੀਕ ਹੈ, ਜੇਕਰ ਫਿਰ ਵੀ ਤੁਹਾਡਾ ਕਿਸੇ ਵੀ ਤਰੀਕੇ ਦਾ ਕੋਈ ਡਾਊਟ ਰਹਿੰਦਾ ਹੈ ਤੁਸੀਂ ਕਮੈਂਟ ਕਰ ਦੇਣਾ ਜੀ। ਇੱਕ ਇਹ ਡਾਊਟ ਸੀ ਕਿ ਬੀਐਡ ਵਾਲਿਆਂ ਨੂੰ ਇਨਕਲੂਡ ਕਰਨਾ ਹੈ ਜਾਂ ਨਹੀਂ ਕਰਨਾ। ਬੀਐਡ ਵਾਲੇ ਇਨਕਲੂਡ ਹੋਣਗੇ 8 ਨੰਬਰ ਪੁਆਇੰਟ ਦੇ ਵਿੱਚ ਬਿਲਕੁਲ ਸਪਸ਼ਟ ਲਿਖਿਆ ਹੋਇਆ ਹੈ, ਅਤੇ ਲਿਸਟ ਦੇ ਵਿੱਚ ਵੀ ਬੀਐਡ ਵਾਲੇ ਨੇ। ਠੀਕ ਹੈ, ਅਤੇ ਉਹਨਾਂ ਨੂੰ ਜੋਬ ਦੇਣ ਦਾ ਜਿੱਥੋਂ ਤੱਕ ਸਵਾਲ ਹੈ ਉਹ ਡਿਪੈਂਡ ਕਰਦਾ ਹੈ ਜੀ ਸਰਕਾਰ ਉੱਤੇ, ਕਿਉਂਕਿ ਜਿਹੜੀ ਬੇਸਿਕਲੀ ਪੋਸਟ ਹੈ ਜੀ ਉਹ ETT ਦੇ ਰਿਗਾਰਡਿੰਗ ਹੈ, ETT ਦੀ ਹੈ ਜੀ, ਅਤੇ ਇਸ ਦੇ ਵਿੱਚ ਉਹਨਾਂ ਨੂੰ ਇਨਕਲੂਡ ਕਰਨ ਦਾ ਫੈਸਲਾ ਹੈ ਉਹ ਸਰਕਾਰ ਉੱਤੇ ਡਿਪੈਂਡ ਕਰਦਾ ਹੈ। ਸਰਕਾਰ ਕਰਦੀ ਹੈ ਜਾਂ ਨਹੀਂ ਇਹ ਅੱਗੇ ਵੇਖਾਂਗੇ। ਠੀਕ ਹੈ, ਗ੍ਰੈਜੂਏਸ਼ਨ ਵਾਲੇ ਤੋਂ ਬਾਅਦ ਜੋ ਵੀ ਪ੍ਰੋਫੈਸ਼ਨਲ ਡਿਗਰੀ ਤੁਸੀਂ ਅਪਲੋਡ ਕਰ ਦੇਣੀ ਹੈ ਅਤੇ ਲੈ ਕੇ ਵੀ ਜਾਣੀ ਹੈ। ਕਾਉਂਸਲਿੰਗ ਦੇ ਵਿੱਚ ਵੀ ਤੁਸੀਂ ਸਮੇਂ ਸਿਰ ਪਹੁੰਚ ਜਾਣਾ ਹੈ ਜੀ, ਇੱਕ ਦਿਨ ਪਹਿਲਾਂ ਪਹੁੰਚੋ। ਠੀਕ ਹੈ, ਇਹ ਸਾਰੀ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ, ਅਤੇ ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਰਹਿੰਦਾ ਹੈ ਤੁਸੀਂ ਕਮੈਂਟ ਕਰ ਦੇਣਾ ਜੀ। ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਥੈਂਕ ਯੂ ਵੈਰੀ ਮੱਚ। ਹੈਵ ਏ ਨਾਈਸ ਡੇ।